वाहेगुरु 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 वाहेगुरु। जोत रूप हर आप गुरु नानक कहायो, तत अंगद पेयो तत स्यों तत मिलायो। अंगद कृपा तार अमर सतगुर थिर कियो, अमरदास अमृत छत्र गुरु रामै दियो। गुरु रामदास दर्शन परस कै मथुरा, अमृत बयन मूरत पंच प्रमाण पुरख गुरु अर्जन। देखो नयन मूरत पंच प्रमाण पुरख गुरु अर्जन, देखो नयन। वाहेगुरु वाहेगुरु वाहेगुरु। दीन दुनिया दे मालक शाह शहनशाह गरीब निवाज सतगुरु श्री गुरु ग्रंथ साहब महाराज जी दे अंदर शोभत श्री आशा की वार जी दे पाठ। गुरु नानक देव महाराज जी दी आप पावन बाणी। महला पहला। लख नेकियां चंगियाइयां लख पुन्ना परवान, लख तप उपर तीरथां सहज जोग बेबान। जिवें सतगुरु महाराज जी ने अपने पिछले मेला श्लोक विच दसिया सी कि किवें सृष्टि दा छोटे तो छोटा ते वड्डे तो वड्डा भी जो जी हैगा, जो भी वस्तु हैगी, ਉਹ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਸਾਜੀ ਹੈ। ਉਹਦੇ ਤੋਂ ਮਹਾਰਾਜ ਅੱਗੇ ਵਧਦੇ ਹੋਏ ਕਹਿੰਦੇ ਨੇ, ਅਖੀਰ ਵਿੱਚ ਮਹਾਰਾਜ ਦੱਸ ਰਹੇ ਸੀ ਕਿ ਇਹ ਸਾਰਾ ਜੋ ਪਸਾਰਾ ਤੂੰ ਬਣਾਇਆ ਮੇਰੇ ਸਤਿਗੁਰੂ, ਇਸ ਪੂਰੇ ਦੀਵਾਨ ਅੱਗੇ ਇਹ ਜੋ ਪੂਰਾ ਇਹ ਜੋ ਸ੍ਰਿਸ਼ਟੀ ਸਾਡੀ, ਉਹਦੇ ਅੱਗੇ ਉਹ ਪ੍ਰਣਾਮ ਕਰਦੇ ਕਹਿੰਦੇ ਨੇ ਕਿ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਮਹਾਰਾਜ ਕਹਿ ਰਹੇ ਨੇ ਕਿ ਉੱਪਰ ਦਾ ਜੋ ਸ਼ਿੰਗਾਰ ਹੈਗਾ ਉਹ ਕਿਸੇ ਕੰਮ ਦਾ ਨਹੀਂ ਹੈਗਾ ਜੇ ਅੰਦਰ ਸੱਚਾ ਨਾਮ ਨਹੀਂ ਹੈਗਾ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਨਹੀਂ ਹੈਗੀ, ਉਹਦਾ ਨਾਮ ਨਹੀਂ ਹੈਗਾ, ਉਹਦੀ ਉਸਤਤ ਨਹੀਂ ਹੈਗੀ, ਤਾਂ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਉੱਤੇ ਦਾ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਹੈਗਾ, ਉੱਤੇ ਜਿੰਨਾ ਮਰਜੀ ਲੇਪ ਲਾਈ ਜਾਓ ਕਿਸੇ ਕੰਮ ਨਹੀਂ ਆਣਾ ਜੇ ਅੰਦਰ ਨਾਮ ਨਾ ਵਸਿਆ। ਹੁਣ ਮਹਾਰਾਜ ਅੱਗੇ ਦੱਸ ਰਹੇ ਨੇ ਕਿ ਹੁਣ ਇਨਸਾਨੀ ਬਿਰਥਾ ਕੀ ਹੈਗੀ ਏ, ਕਿੰਨਾ ਕੰਮਾਂ 'ਚ ਉਹ ਮਾਨ ਕਰਦਾ ਹੈ, ਕਿੰਨਾ ਕੰਮਾਂ 'ਚ ਉਹਨੂੰ ਲੱਗਦਾ ਕਿ ਉਹ ਸਤਿਗੁਰੂ ਨੂੰ ਪ੍ਰਾਪਤ ਕਰ ਰਿਹਾ, ਸਤਿਗੁਰੂ ਨੂੰ ਪਾ ਰਿਹਾ, ਸਤਿਗੁਰੂ ਦੇ ਵੱਲ ਤੁਰ ਰਿਹਾ, ਬਟ ਉਹ ਕੰਮ ਤਦ ਤੱਕ ਕੰਮ ਨਹੀਂ ਹੋਣੇ ਜਦ ਤੱਕ ਅੰਦਰ ਸੱਚਾ ਨਾਮ ਨਹੀਂ ਹੈਗਾ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ। ਹੁਣ ਅੱਗੇ ਮਹਾਰਾਜ ਅੱਗੇ ਫਰਮਾਨ ਆਪਣਾ ਕਰਦੇ ਹੋਏ ਸਾਡੀ ਤੁੱਛ ਬੁੱਧੀਆਂ ਨੂੰ ਸਮਝਾ ਰਹੇ ਨੇ। लख नेकियां चंगियाइयां लख पुन्ना परवान, लख तप उपर तीरथां सहज जोग बेबान। मार कहंदे ने लख नेक काम करते होणगे तू, लख चंगियाइयां कीतियां होणीਆਂ। ਇੱਥੇ ਮਹਾਰਾਜ ਕਹਿ ਰਹੇ ਨੇ ਕਿ ਇਹ ਕੰਮ ਕਰਨੇ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਕੰਮ ਕਰਨ ਨਾਲ ਹੀ ਮਨ ਦੀ ਮੈਲ ਧੁਲਦੀ ਹੈ, ਤੇ ਮਨ ਦੀ ਮੈਲ ਧੁਲਦੀ ਹੈ ਤੇ ਸੱਚੇ ਨਾਮ ਦੇ ਵੱਲ ਚੱਲਣ ਦਾ ਰਸਤਾ ਸ਼ੁਰੂ ਹੁੰਦਾ ਹੈ, ਤੇ ਉਹਦੇ ਵੱਲ ਚੱਲਣ ਦਾ, ਉਹਦੇ ਵੱਲ ਤੁਰਨ ਦਾ ਜੋ ਧੱਕਾ ਮਿਲਦਾ ਉਹ ਇੱਥੋਂ ਹੀ ਮਿਲਦਾ ਹੈ। ਜਦ ਤੱਕ ਨਾ ਚੰਗੇ ਕਰਮ ਨਹੀਂ ਕਰੋਗੇ, ਜਦ ਤੱਕ ਪਾਪ ਪੁੰਨ ਨਹੀਂ ਕਰੋਗੇ, ਤਦ ਤੱਕ ਉਹਦੇ ਵੱਲ ਤੁਰਨਾ ਵੀ ਨਹੀਂ ਹੋ ਸਕਦਾ। ਉਹ ਚੀਜ਼ ਕਹਿੰਦੇ ਨੇ ਉਹ ਕੰਪਲੀਮੈਂਟ ਜ਼ਰੂਰ ਕਰਦੀ ਹੈ, ਬਟ ਉਹ ਚੀਜ਼ ਸਟੈਂਡ ਅਲੋਨ ਬੈਨੀਫਿਟ ਨਹੀਂ ਕਰੇਗੀ ਤੁਹਾਨੂੰ। ਜੇ ਤੁਸੀਂ ਕਹੋ ਕਿ ਮੈਂ ਹੁਣ ਚੰਗਾ ਕਰਮ ਕਰ ਰਿਹਾ, ਚੰਗੇ ਕਰਮ ਕਰਨ ਦਾ ਮਤਲਬ ਜਿੱਥੇ ਤੁਹਾਨੂੰ ਸੁਸਾਇਟੀ 'ਚ ਤੁਹਾਡੇ ਆਸ-ਪਾਸ ਦੇ ਲੋਕ ਸਭ ਉਹਨੂੰ ਚੰਗਾ ਕਰਮ ਕਹਿਣ, ਵੱਡਾ ਦਾਨੀ ਹੈਗਾ, ਸਭ ਦੀ ਹੈਲਪ ਕਰਦਾ ਹੈ, ਜੋ ਆਪਣੇ ਸੰਸਾਰਿਕ ਰੂਪ ਤੇ ਅਸੀਂ ਕਹਿੰਦੇ ਹਾਂ ਕਿ ਪੁੰਨ ਕੀਤਾ ਹੈ ਜਾਂ ਚੰਗਾ ਕੰਮ ਕੀਤਾ ਹੈ, ਉਹਦੇ ਕਰਕੇ ਮਹਾਰਾਜ ਕਹਿੰਦੇ ਨੇ ਉਹਦੇ ਕਰਕੇ ਚੰਗਾ ਤੇ ਤੂੰ ਕਰ ਰਿਹਾ, ਬਟ ਜੇ ਉਹਦੇ ਵਿੱਚ ਤੇਰੀ ਹਉਮੈ ਆ ਗਈ ਕਿ ਮੈਂ ਕੀਤਾ, ਤਾਂ ਫਿਰ ਉਸ ਕੰਮ ਦਾ ਕੋਈ ਫਾਇਦਾ ਨਹੀਂ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ, ਤੂੰ ਲੱਖਾਂ रुपए ਦੀ ਤੂੰ ਚੈਰਿਟੀ ਕਰਤੀ, ਪੁੰਨ ਕਰਤੇ, ਰੋਟੀ ਖਵਾਤੀ, ਲੰਗਰ ਲਗਾਤੇ, ਹੋਰ ਅਣਗਿਣਤ ਤਰੀਕੇ ਦੇ ਚੰਗੇ ਕੰਮ ਤੇ ਪੁੰਨ ਹੈਗੇ ਨੇ ਜੋ ਅਸੀਂ ਕਮਾ ਸਕਦੇ ਹਾਂ, ਜੋ ਅਸੀਂ ਕਮਾਉਂਦੇ ਹਾਂ। ਬਟ ਹਮਾਰਾ ਕਹਿੰਦੇ ਨੇ ਜੇ ਤੇ ਉਹਦਾ ਇੰਟੈਂਟ ਫਿਰ ਆਪਣੀ ਵਾਹ ਕਰਾਣਾ ਜਾਂ ਕੋਈ ਨਾ ਕੋਈ ਸੰਸਾਰੀ ਚੀਜ਼ ਲੈਣਾ ਜਾਂ ਕੋਈ ਨਾ ਕੋਈ ਸੰਸਾਰੀ ਵਾਹ ਕਰਾਣਾ, ਇੱਜ਼ਤ ਮਾਨ ਕਰਾਣਾ, ਜੇ ਉਹਦਾ ਹੈਗਾ
ਤੇ ਫਿਰ ਉਹ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਵਾਲਾ ਮਹਾਰਾਜ ਕਹਿੰਦੇ ਨੇ ਕਿ ਉਹਦਾ ਫਿਰ ਪ੍ਰਵਾਨ ਨਹੀਂ ਹੋਣਾ। ਹੁਣ ਇਨਸਾਨਾਂ ਦੀ ਬਿਰਤੀ ਦੱਸਦੇ ਹੋਏ ਮਹਾਰਾਜ ਇੱਥੇ ਕਹਿੰਦੇ ਨੇ ਇਹ ਇਨਸਾਨ ਇਹੀ ਕਰਦਾ ਹੈ, ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ। ਫਿਰ ਮਹਾਰਾਜ ਕਹਿੰਦੇ ਨੇ ਹੋਰ ਕੀ ਕਰਦਾ ਹੈ, ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਨ। ਤੀਰਥਾਂ ਤੇ ਜਾਂਦਾ ਹੈ, ਉੱਥੇ ਵੀ ਵਾਹਵਾਹੀ ਕਰ ਰਿਹਾ ਹੈ। ਕਹਿੰਦੇ ਜੇ ਤੀਰਥ ਤੇ ਬਹਿ ਕੇ ਉੱਥੇ ਤੂੰ ਆਪਣਾ ਪਾਠ ਵੀ ਕਰ ਲਿਆ ਤੇ ਜੇ ਮਨ ਦੇ ਅੰਦਰ ਕੁਝ ਹੋਰ ਚੱਲ ਰਿਹਾ ਤੇ ਉਹਦੀ ਸਿਫਤ ਨਹੀਂ ਹੋ ਰਹੀ, ਉਹਦੇ ਵੱਲ ਜੋੜਨ ਦਾ ਕੋਸ਼ਿਸ਼ ਵੀ ਨਹੀਂ ਕਰ ਰਿਹਾ, ਇੱਕ ਤਰੀਕੇ ਦਾ ਦਿਖਾਵਾ ਕਰਨ ਵਾਸਤੇ ਕਰ ਰਿਹਾ ਕਿ ਮੈਂ ਕਰ ਲਿਆ ਤਾਂ ਕਿ ਮੈਂ ਆਪਣੇ ਆਪ ਨੂੰ ਦੱਸ ਸਕਾਂ ਤੇ ਸਭ ਨੂੰ ਦੱਸ ਸਕਾਂ, ਜਾਂ ਬਾਕੀ ਸਭ ਵੀ ਦੇਖ ਲੈਣ ਕਿ ਮੈਂ ਕਰ ਰਿਹਾ ਤੇ ਮੇਰੀ ਵਾਹ ਹੋ ਜਾਏ। ਤੇ ਲੱਖ ਤਪ ਉੱਪਰ ਤੀਰਥਾਂ, ਜਿੰਨੇ ਮਰਜ਼ੀ ਤਪ ਕਰ ਲੈ ਤੀਰਥਾਂ ਦੇ, ਸਹਿਜ ਜੋਗ ਬੇਬਾਨ। ਮਹਾਰਾਜ ਕਹਿੰਦੇ ਨੇ ਕਿ ਜਿੰਨੇ ਵੀ ਤੂੰ ਸਹਿਜ ਜੋਗ ਮਤਲਬ ਤੂੰ ਯੋਗਾ ਕਰ ਲੈ, ਹੋਰ ਜੋਗ ਕਰ ਲੈ, ਜਿੰਨੇ ਵੀ ਅਲੱਗ-ਅਲੱਗ ਤਰੀਕੇ ਦੇ ਜੋਗ ਹੋਏ ਨੇ ਜੋ ਪੁਰਾਤਨ ਭਾਰਤ ਵਿੱਚ ਹੁੰਦੇ ਰਹੇ ਨੇ, ਜੋ ਸ਼ਾਸਤਰ ਵੇਦ ਤੋਂ ਲੋਕੀ ਪੜ੍ਹ ਕੇ ਕਰਦੇ ਰਹੇ ਨੇ, ਸਹਿਜ ਜੋਗ ਬੇਬਾਨ। ਤੂੰ ਲੱਖ ਤਰੀਕੇ ਦੇ ਜੋਗ ਵੀ ਕਰ ਲੈ, ਉੱਪਰ ਤੀਰਥਾਂ ਤੇ ਵੀ ਚਲੇ ਜਾ। ਮਹਾਰਾਜ ਕਹਿੰਦੇ ਇਹਨਾਂ ਦੇ ਨਾਲ ਵੀ ਤੇਰਾ ਬਿਰਥਾ ਨਹੀਂ ਹੋਣਾ, ਉਹਦੀ ਕਮਾਈ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਨੇ ਉਹਦੀ ਕਮਾਈ ਕਰਨ ਵਾਸਤੇ, ਉਹਦੀ ਸੱਚੀ ਕਮਾਈ ਕਰਨ ਵਾਸਤੇ ਤੈਨੂੰ ਜੋ ਕੰਮ ਕਰਨਾ ਦਿਲੋਂ ਕਰਨਾ ਪੈਣਾ, ਆਪਣੀ ਹਉਮੈ ਨੂੰ ਦੂਰ ਰੱਖਣਾ ਪੈਣਾ। ਜਿਵੇਂ ਅਸੀਂ ਪਿਛਲੀ ਪੌੜੀਆਂ 'ਚ ਪੜ੍ਹੇ ਕਿ ਹਉਮੈ ਕਿੰਨਾ ਵੱਡਾ ਰੋਗ ਦੱਸਿਆ ਮਹਾਰਾਜ ਨੇ। ਜੋ ਚੰਗੇ ਕਰਮ ਕਰਕੇ ਵੀ ਹਉਮੈ ਆ ਜਾਂਦੀ ਹੈ ਤਾਂ ਉਹ ਚੰਗੇ ਕਰਮ ਵੀ ਕਿਸੇ ਕੰਮ ਦੇ ਨਹੀਂ ਹੈਗੇ। ਲੱਖ ਸੂਰਤਣ ਸੰਗਰਾਮ ਰਣ ਮੈਂ ਛੁਟੇ ਪ੍ਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ। ਲੱਖ ਸੂਰਤਨ ਸੰਗਰਾਮ, ਮਹਾਰਾਜ ਇੱਥੇ ਕਹਿ ਰਹੇ ਨੇ ਕਿ ਸੂਰਤਨ ਸੰਗਰਾਮ, ਇੱਥੇ ਮਹਾਰਾਜ ਜੀ ਨੇ ਜੋ ਵੱਡੇ ਵੱਡੇ ਯੋਧੇ ਹੋਏ ਨੇ ਉਹਨਾਂ ਦੇ ਬਾਰੇ ਕਿਹਾ। ਕਈ ਯੋਧੇ ਆਪਣੇ ਕਰਮ ਕਰਕੇ ਆਪਣੇ ਆਪ ਨੂੰ ਬਹੁਤ ਵੱਡਾ ਮੰਨਦੇ ਨੇ, ਪਰ ਮਹਾਰਾਜ ਕਹਿੰਦੇ ਨੇ ਇਹੋ ਜਿਹੇ ਤੂੰ ਕਿੰਨੇ ਵੀ ਕਰਮ ਕਰ ਲੈ, ਜੇ ਅਸੀਂ ਅੱਜ ਕਿਸੇ ਗਰੀਬ ਦੇ ਵਾਸਤੇ ਲੜਨੇ ਆ, ਕਿਸੇ ਦੇ ਹੱਕ ਦੇ ਵਾਸਤੇ ਲੜਨੇ ਆ, ਉੱਥੇ ਅਸੀਂ ਯੋਧੇ ਬਣਨੇ ਆ, ਕਿਉਂਕਿ ਸਾਨੂੰ ਪਤਾ ਕਿ ਗਰੀਬ ਦੀ ਜੋ ਪਾਵਰ ਹੈਗੀ ਉਹ ਬਹੁਤ ਲਿਮਿਟਿਡ ਹੈ। ਮਹਾਰਾਜ ਆਪ ਬਖਸ਼ਿਸ਼ ਕਰਨ, ਬਟ ਗਰੀਬ ਆਦਮੀ ਇੱਕ ਵੱਡੇ ਆਦਮੀ ਦੇ ਅੱਗੇ ਝੁਕੀ ਜਾਂਦਾ ਹੈ। ਜਦ ਤੱਕ ਉਹਤੇ ਮਹਾਰਾਜ ਦੀ ਕਿਰਪਾ ਨਾ ਹੋਏ ਇਹ ਗਰੀਬ ਆਦਮੀ ਝੁਕ ਜਾਂਦਾ। ਜੇ ਤੁਸੀਂ ਉਹਨਾਂ ਦੇ ਵਾਸਤੇ ਲੜ ਲਿਆ, ਲੱਖ ਸੂਰਤਮ ਸੰਗਰਾਮ ਇੱਕ ਐਗਜ਼ਾਮਪਲ ਹੈਗਾ, ਹੋਰ ਵੀ ਤਰੀਕੇ ਲੱਖ ਤਰੀਕੇ ਦੇ ਮਹਾਰਾਜ ਕਹਿੰਦੇ ਲੱਖ ਸੂਰਤਮ ਸੰਗਰਾਮ। ਤੁਸੀਂ ਲੱਖ ਤਰੀਕੇ ਦੇ ਰੈਵੋਲੂਸ਼ਨ ਕੀਤੀ ਹੋਣੀ ਹੈ, ਸੰਗਰਾਮ ਕੀਤੇ ਹੋਣੇ ਨੇ, ਬਿਲਕੁਲ ਸੂਰਮੇ ਬਣ ਕੇ ਤੁਸੀਂ ਲੱਖ ਅਗੇਂਸਟ ਚੱਲੇ ਹੋਗੇ ਭੈੜੀ ਚੀਜ਼ਾਂ ਦੇ। ਰਣ ਮੈਂ ਛੁਟੇ ਪ੍ਰਾਣ, ਤੇ ਕਈ ਤੇ ਇਹੋ ਜਿਹੇ ਕੀਤੇ ਨੇ ਜਿਹਦੇ ਤੁਹਾਨੂੰ ਰਣ ਭੂਮੀ 'ਚ ਰਣ ਮੈਂ ਛੁਟੇ ਪ੍ਰਾਣ, ਰਣ ਭੂਮੀ ਤੁਹਾਨੂੰ ਸ਼ਹੀਦੀ ਪ੍ਰਾਪਤ ਹੋਈ ਹੋਏ, ਤੁਸੀਂ ਆਪਣਾ ਹਾਰੇ ਹੋਏ, ਕੁਝ ਵੀ ਖਤਮ ਕੀਤਾ ਹੋਏ, ਉਹਦੇ ਮਹਾਰਾਜ ਕਹਿੰਦੇ ਨੇ ਇਹੋ ਕੰਮ ਅਗਰ ਉਹਦੇ ਵਿੱਚ ਵੀ ਅਗਰ ਆਪਣੀ ਮੈਂ ਕਰਕੇ ਹੀ ਕਰ ਰਿਹਾ ਤੇ ਉਹਦਾ ਵੀ ਕੋਈ ਉਹਦੇ ਕਰਕੇ ਵੀ ਤੈਨੂੰ ਸਤਿਗੁਰੂ, ਤੈਨੂੰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਕਾਲ ਪੁਰਖ ਦੀ ਵਾਹਿਗੁਰੂ ਦੀ ਪ੍ਰਾਪਤੀ ਮਹਾਰਾਜ ਕਹਿੰਦੇ ਨੇ ਇਹਨਾਂ ਜਿੱਦੇ 'ਚ ਮੈਂ ਆ ਜਾਂਦੀ ਕਿ ਮੈਂ ਕਰ ਰਿਹਾ ਤੇ ਮੈਨੂੰ ਹੋ ਜਾਏਗੀ। ਮਹਾਰਾਜ ਕਹਿੰਦੇ ਨੇ ਇਹਦਾ ਕੋਈ ਡੈਫੀਨੇਟ ਤਰੀਕਾ ਨਹੀਂ ਹੈਗਾ। ਕਿਰਪਾ ਤੇ ਜਿਹਦੇ ਤੇ ਹੋਣੀ ਉਹ ਤੇ ਪਾਪੀ ਤੇ ਵੀ ਹੋ ਜਾਣੀ ਹੈ ਤੇ ਉਹਨੂੰ ਵੀ ਮਹਾਰਾਜ ਦੇ ਦਰਸ਼ਨ ਹੋ ਜਾਣੇ, ਤੇ ਪੁੰਨੀ ਤੇ ਵੀ ਨਹੀਂ ਹੋਣੀ, ਉਹ ਜਿੰਨੇ ਮਰਜ਼ੀ ਪੁੰਨ ਕਮਾਉਂਦਾ ਰਹੇ ਤੇ ਉਹਦੇ ਤੇ ਵੀ ਨਾ ਹੋਏ ਤਾਂ ਉਹਨੂੰ ਵੀ ਦਰਸ਼ਨ ਨਹੀਂ ਹੋ ਸਕਦੇ। ਮਹਾਰਾਜ ਕਹਿੰਦੇ ਨੇ ਕਿ ਇਹ ਸੋਚ ਕੇ ਕਿ ਮੈਂ ਕਮਾ ਲਿਆ ਉਹ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਲੈ ਲਈਏ, ਤਾਂ ਮਹਾਰਾਜ ਕਹਿੰਦੇ ਨੇ ਉਹ ਉਂਝ ਨਹੀਂ ਹੋ ਸਕਦਾ, ਕਿਉਂਕਿ ਇਹ ਲੱਖਾਂ ਹੀ ਮਹਾਰਾਜ ਕਹਿੰਦੇ ਇਹ ਲੱਖਾਂ ਹੀ ਬੰਦੇ ਕਮਾਈ ਜਾ ਰਹੇ ਨੇ, ਲੱਖਾਂ ਹੀ ਬੰਦੇ ਤੀਰਥਾਂ ਤੇ ਜਾ ਰਹੇ ਨੇ, ਲੱਖਾਂ ਹੀ ਬੰਦੇ ਆਪਣੀ ਸੂਰਵੀਰਤਾ ਕਰਕੇ ਰਣ ਭੂਮੀ 'ਚ ਖਤਮ ਹੋ ਰਹੇ ਨੇ। ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ। ਮਹਾਰਾਜ ਕਹਿੰਦੇ ਨੇ ਕਿ ਲੱਖ ਬ੍ਰਹਮ ਗਿਆਨ ਤੇ ਤਾਈਆਂ ਤੇ ਲੱਖਾਂ ਹੀ ਵੇਦਾਂ ਦੇ ਪੜਨ ਨਾਲ, ਵੇਦ ਪਾਠ ਪੁਰਾਣ ਪੜਨ ਨਾਲ ਲੱਖ ਵਾਰ ਤੁਸੀਂ ਪੜ੍ਹ ਵੀ ਲਓ, ਤੁਸੀਂ ਗਿਆਨ ਵੀ ਲੈ ਲਓ, ਤੁਸੀਂ ਵੇਦ ਪਾਠ ਪੁਰਾਣ ਵੀ ਕਰਦੇ ਰਹੋ, ਵੇਦਾਂ ਦੀ ਪੜ੍ਹਾਈ ਕਰ ਲਓ, ਸ਼ਾਸਤਰਾਂ ਦੀ ਪੜ੍ਹਾਈ ਕਰ ਲਓ। ਅਸੀਂ ਆਪਣੇ ਵਾਸਤੇ ਕੈਸੇ ਨਹੀਂ ਲੱਖ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵੀ ਅਗਰ ਸਹਿਜ ਪਾਠ ਕਰਨੇ ਆ, ਪੜ੍ਹਿਆ ਹੋਇਆ ਹੈ, ਬਟ ਜੇ ਤੇ ਮਨ ਨਾਲ ਨਹੀਂ ਕੀਤਾ, ਜੇ ਉਹਦੀ ਕਮਾਈ ਕਰਨੀ ਹੈ ਤੇ ਹਉਮੈ ਹਟਾ ਕੇ ਸਮਰਪਿਤ ਹੋ ਕੇ ਵਿਸ਼ਵਾਸ ਬਣਾ ਕੇ ਨਹੀਂ ਕੀਤਾ, ਤਾਂ ਫਿਰ ਮਹਾਰਾਜ ਕਹਿੰਦੇ ਫਿਰ ਉਹਦਾ
ਅੱਗੇ ਮਹਾਰਾਜ ਉਹਦੇ ਬਾਰੇ ਦੱਸ ਰਹੇ ਨੇ, ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ। ਮਹਾਰਾਜ ਕਹਿ ਰਹੇ ਨੇ ਕਿ ਹੁਣ ਜਿਨ ਕਰਤੇ ਕਰਨਾ ਕੀਆ, ਜਿਹਦੇ ਕਰਕੇ ਇਹ ਸਭ ਕੁਝ ਹੋ ਰਿਹਾ, ਜੇ ਉਹਨੂੰ ਹੀ ਨਹੀਂ ਮੰਨਿਆ, ਇਹ ਸਾਰੇ ਕੰਮ ਕਰ ਲੈ, ਬਟ ਜਿਹਨੇ ਸਭ ਕੁਝ ਬਣਾਇਆ, ਜਿਹਨੇ ਸਾਰੀ ਸ੍ਰਿਸ਼ਟੀ ਉਪਾਈ, ਜਿਹਨੇ ਸਾਡਾ ਕੁਦਰਤ ਸਾਜੀ, ਜਿਨ ਕਰਤੇ ਕਰਨਾ ਕੀ ਲਿਖਿਆ ਆਵਣ ਜਾਣ, ਜਿਹਨੇ ਸੰਸਾਰ ਸਾਜਿਆ, ਜਿਹਨੇ ਸਭ ਦਾ ਆਣਾ ਜਾਣਾ ਲਿਖਿਆ। ਕਿਉਂਕਿ ਕਹਿੰਦੇ ਨੇ ਬੰਦੇ ਦੀ ਇੱਕ ਚੀਜ਼ ਪਹਿਲੇ ਤੋਂ ਡੈਫੀਨਿਟ ਹੈਗੀ ਹੈ ਕਿ ਉਹਨੇ ਜਾਣਾ ਹੀ ਜਾਣਾ। ਜੋ ਆਇਆ ਸੋ ਚੱਲ ਸੀ, ਸਭ ਕੋ ਆਈ ਵਾਰੀ ਹੈ। ਸਭ ਦੀ ਵਾਰੀ ਲਿਖੀ ਹੋਈ ਇੱਕ ਇੱਕ ਚੀਜ਼ ਦੀ ਇਸ ਦੁਨੀਆ ਵਿੱਚ ਅਸੀਂ ਜੋ ਦੇਖ ਰਹੇ ਹਾਂ, ਖੰਡ ਬ੍ਰਹਿਮੰਡ, ਛੋਟੇ ਤੋਂ ਛੋਟਾ ਆਰਗੈਨਿਜ਼ਮ ਤੋਂ ਛੋਟਾ ਮੈਂ ਕਹਿੰਦੇ ਨੇ ਇੱਕ ਸੈਂਡ ਦਾ ਜੋ ਗ੍ਰੇਨ ਹੈਗਾ, ਉਹਦੇ ਤੋਂ ਲੈ ਕੇ ਸੂਰਜ ਦੇ ਵੀ ਸੂਰਜ, ਹਰ ਚੀਜ਼ ਦਾ ਆਣਾ ਤੇ ਜਾਣਾ ਮਹਾਰਾਜ ਨੇ ਲਿਖਿਆ ਹੋਇਆ। ਜਿਨ ਕਰਤੇ ਕਰਨਾ ਆਖਿਆ ਲਿਖਿਆ ਆਵਣ ਜਾਣ। ਆਣ ਤੋਂ ਪਹਿਲੇ ਤੇਰੀ ਜਾਣ ਦੀ ਜੋ ਡੇਟ ਹੈਗੀ ਹੈ, ਜਾਣ ਦੀ ਜੋ ਟਾਈਮ ਹੈਗੀ, ਉਹ ਮਹਾਰਾਜ ਨੇ ਲਿਖਿਆ ਹੋਇਆ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਮਸਕੀਨ ਜੀ ਕਹਿੰਦੇ ਨੇ ਇਸ ਪੂਰੇ ਸ਼ਲੋਕ ਦੀ ਸਭ ਤੋਂ ਮੂਲ ਜੋ ਲਾਈਨ ਹੈਗੀ ਹੈ, ਉਹ ਇਹੀ ਹੈਗੀ ਹੈ, ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਕਿ ਤੇਰੀ ਜੋ ਮਿਥਿਆ ਹੈਗੀ ਹੈ, ਤੇਰੀ ਜੋ ਹਉਮੈ ਹੈਗੀ ਹੈ, ਤੇਰੀ ਜੋ ਆਪਣੇ ਅੰਦਰ ਮੈਂ ਹੈਗੀ ਹੈ, ਇਹ ਨਾਨਕ ਮਤੀ ਮਿਥਿਆ, ਇਹ ਤੇਰੀ ਬੁਰੀ ਸੋਚ ਜੋ ਹੈਗੀ ਹੈ, ਇਹ ਤੈਨੂੰ ਉਹਦੇ ਅੱਗੇ ਨਹੀਂ ਲੈ ਕੇ ਜਾ ਸਕਦੀ। ਕਿਉਂਕਿ ਇਹ ਬੁਰੀ ਸੋਚ ਕਰਕੇ ਫਿਰ ਮਹਾਰਾਜ ਇਹਨੂੰ ਅਗਰ ਰੈਫਰ ਕਰਕੇ ਅਸੀਂ ਸ਼ੁਰੂ ਤੋਂ ਪੜ੍ਹੀਏ, ਲੱਖ ਨੇਕੀਆਂ ਚੰਗਿਆਈਆਂ, ਤੂੰ ਆਪਣੀ ਹਉਮੈ, ਆਪਣੀ ਇਹ ਭੈੜੀ ਮਤ ਲੈ ਕੇ ਚੰਗੇ ਕੰਮ ਕੀਤੇ, ਪੁੰਨ ਕੀਤੇ, ਉਸ ਤੋਂ ਬਾਅਦ ਤੂੰ ਤੀਰਥਾਂ ਤੇ ਗਿਆ, ਤੂੰ ਯੋਗ ਕੀਤਾ, ਉਸ ਤੋਂ ਬਾਅਦ ਮਹਾਰਾਜ ਕਿਵੇਂ ਕਹਿੰਦੇ ਨੇ, ਉਸ ਤੋਂ ਬਾਅਦ ਤੂੰ ਰਣ ਵਿੱਚ ਲੜਿਆ, ਤੂੰ ਆਪਣੀ ਨਛਾਵਰ ਕੀਤੇ, ਪ੍ਰਾਣ ਨਛਾਵਰ ਕੀਤੇ, ਉਸ ਤੋਂ ਬਾਅਦ ਤੂੰ ਬ੍ਰਹਮ ਵੇਦ ਪੜ੍ਹੇ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੜ੍ਹੀ, ਲੋਕਾਂ ਨੇ ਕੁਰਾਨ ਪੜ੍ਹੀ, ਗੀਤਾ ਪੜ੍ਹੀ, ਜੋ ਵੀ ਵੇਦ ਪਾਠ ਪੁਰਾਣ ਪੜ੍ਹੇ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਨੇ ਜੇ ਹਉਮੈ ਦੇ ਅੰਦਰ ਕੀਤਾ, ਮੈਂ ਦੇ ਅੰਦਰ ਕੀਤਾ, ਮਤੀ ਮਿਥਿਆ ਦੇ ਅੰਦਰ ਕੀਤਾ, ਤੇ ਇਹ ਸਭ ਕੰਮ ਤੇਰੇ ਵਿਰਲੇ ਨੇ, ਇਹਨਾਂ ਦਾ ਤੈਨੂੰ ਕੁਝ ਪ੍ਰਾਪਤੀ ਨਹੀਂ ਹੋਣੀ। ਜੇ ਸੱਚੀ ਕਮਾਈ ਕਰਨੀ ਹੈ, ਮਹਾਰਾਜ ਕਹਿੰਦੇ ਨੇ ਜੇ ਸੱਚੀ ਕਮਾਈ ਕਰਨੀ, ਕਿਉਂਕਿ ਸੱਚੀ ਕਮਾਈ ਕਰਕੇ ਹੀ ਉਸ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸੱਚੀ ਕਮਾਈ ਕਰਕੇ ਹੀ ਉਹਦੇ ਵੱਲ ਚੱਲਿਆ ਜਾ ਸਕਦਾ ਹੈ। ਸੱਚੀ ਕਮਾਈ ਕਰਕੇ ਹੀ ਉਹਦਾ ਧਿਆਨ ਕੀਤਾ ਜਾ ਸਕਦਾ ਹੈ। ਸੱਚੀ ਕਮਾਈ ਕਰਕੇ ਉਹਦੇ ਜੋ ਧਿਆਨ ਦਾ ਜੋ ਅੰਮ੍ਰਿਤ ਹੈਗਾ, ਜੋ ਰਸ ਹੈਗਾ, ਉਹਨੂੰ ਭੋਗਿਆ ਜਾ ਸਕਦਾ ਹੈ, ਉਹਨੂੰ ਫੀਲ ਕੀਤਾ ਜਾ ਸਕਦਾ ਹੈ, ਉਹਨੂੰ ਰਿਅਲਾਈਜ਼ ਕੀਤਾ ਜਾ ਸਕਦਾ ਹੈ ਕਿ ਸਾਡੇ ਅੰਦਰ ਉਹ ਵਸ ਰਿਹਾ ਹੈ। ਸੱਚੀ ਕਮਾਈ ਕਰਕੇ ਹੀ ਉਹ ਜੋ ਇੱਕ ਸਾਡੇ ਅੰਦਰ ਇੱਕ ਤਰੀਕੇ ਦੀ ਐਕਸਾਈਟਮੈਂਟ ਇੱਕ ਆਉਂਦੀ ਹੈ, ਇੱਕ ਵਾਈਬ੍ਰੇਸ਼ਨ ਆਉਂਦੀ ਹੈ ਜਦ ਅਸੀਂ ਕੋਈ ਚੰਗਾ ਕੰਮ ਕਰਨੇ ਆ, ਜਾਂ ਜਦ ਉਹਦਾ ਧਿਆਨ ਲੱਗਦਾ ਹੈ, ਤੇ ਉਹ ਮਿਲੀ ਸੈਕਿੰਡ ਵਾਸਤੇ ਜਦ ਅਸੀਂ ਉਹਦੇ ਨਾਲ ਜੁੜਨੇ ਆ, ਤੇ ਜੋ ਇੱਕ ਵਾਈਬ੍ਰੇਸ਼ਨ ਬੋਡੀ ਦੇ ਅੰਦਰ ਪੋਜ਼ਿਟਿਵ ਆਉਂਦੀ ਹੈ, ਮਹਾਰਾਜ ਕਹਿੰਦੇ ਨੇ ਉਹਦੇ ਵਾਸਤੇ ਮਨ ਨੂੰ ਮਾਰਨਾ ਪੈਣਾ ਹੈ। ਪੂਰੀ ਬਾਣੀ ਮਹਾਰਾਜ ਕਹਿੰਦੇ ਨੇ ਕਿ ਮਨ ਜੀਤਾ ਜਗ ਜੀਤ। ਮਨ ਨੂੰ ਮਾਰਨਾ ਬਹੁਤ ਜ਼ਰੂਰੀ ਹੋ ਗਿਆ, ਕਿਉਂਕਿ ਇਹ ਮਨ ਜੋ ਹੈਗਾ ਇਹੀ ਸਾਡੇ ਕੋਲੋਂ ਚੰਗੇ ਕਰਮ ਕਰਾ ਰਿਹਾ, ਇਹੀ ਮਾੜੇ ਕਰਮ ਕਰਾ ਰਿਹਾ। ਚੰਗੇ ਕਰਮ ਕਰਾਉਂਦੇ ਹੋਏ ਵੀ ਅਗਰ ਮਨ ਕਹਿ ਰਿਹਾ ਕਿ ਮੈਂ ਕੀਤਾ, ਤੇ ਮਹਾਰਾਜ ਕਹਿੰਦੇ ਨੇ ਸਾਡੀ ਤੇਰੀ ਜੋ ਕਮਾਈ ਹੈਗੀ ਹੈ ਉਹ ਬਿਰਥਾ ਚਲੀ ਜਾਣੀ ਹੈ। ਇੱਥੇ ਮਹਾਰਾਜ ਨੇ ਬਹੁਤ ਸੋਹਣਾ ਐਗਜ਼ਾਮਪਲ ਮਸਕੀਨ ਜੀ ਨੇ ਲਿਆ। ਮੈਨੂੰ ਗੁਰਬਾਣੀ ਦੀ ਤੁਕ ਨਹੀਂ ਪਤਾ, ਬਟ ਗੁਰੂ ਮਹਾਰਾਜ ਜੀ ਨੇ ਵੀ ਲਿਆ ਹੈ ਕਿ ਜਿਵੇਂ ਹਾਥੀ ਆਪਣੀ ਸੁੰਡ ਦੇ ਨਾਲ ਖੁਦ ਨੂੰ ਨਵਾਉਂਦਾ ਹੈ, ਪਾਣੀ ਦੇ ਅੰਦਰ ਖੁਦ ਨੂੰ ਸਾਫ਼ ਕਰਦਾ ਹੈ, ਆਪ ਆਪਣੇ ਆਪ ਨੂੰ ਸੁੰਡ ਦੇ ਨਾਲ ਹੀ ਆਪਣੇ ਆਪ ਨੂੰ ਪੂਰਾ ਸਾਫ਼ ਕਰਦਾ, ਬਟ ਉਹਦੀ ਨੇਚਰ ਕੀ ਹੈਗੀ ਕਿ ਬਾਹਰ ਆਉਂਦਾ ਤੇ ਫਿਰ ਮਿੱਟੀ ਲੋਟ-ਪੋਟ ਹੋ ਜਾਂਦਾ, ਫਿਰ ਆਪਣੇ ਆਪ ਤੇ ਮਿੱਟੀ ਗਿਰਾ ਲੈਂਦਾ, ਆਪਣੇ ਆਪ ਨੂੰ ਨਵਾ ਕੇ ਉਸੇ ਸੁੰਡ ਦੇ ਨਾਲ ਆਪਣੇ ਆਪ ਦੇ ਉੱਤੇ ਮਿੱਟੀ ਸੁੱਟਦਾ ਤੇ ਆਪਣੇ ਆਪ ਨੂੰ ਫਿਰ ਉਂਝ ਕਰ ਲੈਂਦਾ, ਕਿਉਂਕਿ ਉਹਦੀ ਬਿਰਤੀ ਇੰਝ ਹੈਗੀ ਹੈ। ਮਹਾਰਾਜ ਇੰਨਾ ਸੋਹਣਾ ਐਗਜ਼ਾਮਪਲ ਦਿੰਦੇ ਹੋਏ ਕਹਿ ਰਹੇ ਨੇ ਕਿ ਇਨਸਾਨ ਤੂੰ ਵੀ ਜਦ ਅੰਮ੍ਰਿਤ ਦੀ ਕਮਾਈ ਕਰਕੇ ਜਦ ਅੰਮ੍ਰਿਤ ਆਪਣੇ ਉੱਤੇ ਵਰਸਾ ਰਿਹਾ, ਜਦ ਪਾਠ ਕਰਨਾ ਹੈ, ਉਹਦਾ ਧਿਆਨ ਕਰਨਾ ਹੈ, ਗੁਰੂ ਮਹਾਰਾਜ ਦੇ ਅੱਗੇ ਬੈਠਣਾ ਹੈ, ਕੀਰਤਨ ਸੁਣਨਾ ਹੈ, ਜਾਂ ਬੈਠੇ ਬੈਠੇ ਵੀ ਉਹਦਾ ਨਾਮ ਸਿਮਰਨ ਕਰਨਾ ਹੈ, ਹਾਥੀ ਦੀ ਤਰ੍ਹਾਂ ਉਹ ਕਮਾਈ ਕਰਕੇ
फिर हौमे च जाके मैं कीता ओदी तू पंड अपने उत्ते ना पा। ए गंदगी दी पंड है, मिट्टी दी पंड अपने उत्ते ना पा हाथी दी तरह। जे ते चंगा कर्म कर रहे हैं ते ए हौमे जे तू ले आए ते हाथी दी तरह ही तू अपने उत्ते मिट्टी सुट ली, अपने उन्हें नवा के उसी सुंड नाल नवा के उसी सुंड नाल मिट्टी सुट ली अपने उत्ते। ओ तू सारा बिरथा कर लिया, तेरा नहाना बिरथा हो गया जे तू मिट्टी सुट ली अपने उत्ते। ते मारे कहंदे ने नानक मती मिथ्या कर सच्चा निशान, करम सच्चा निशान। ਇਹਦੇ ਚ ਇੱਕ ਨਾ गौतम बुद्ध की बहुत अच्छी एक वीडियो मैं देखी थी, ਜਿਹਦੇ उस टाइम जब राजा ਹੁੰਦਾ वो गौतम बुद्ध ਦੇ ਵੱਲ ਆਉਂਦਾ ਹੈ ਤੇ ਕਹਿੰਦਾ कि महाराज मैनू ना मेरे सपने च मेरे पिता ही जा रहे हैं बड़े टाइम तो, ਤੇ ਮੇਰੇ ਰਾਜ ਪੰਡਿਤ ਨੇ ਕਿਹਾ ਕਿ ਕੋਈ ਪਾਠ ਯੱਗ ਕਰਨਾ ਪਏਗਾ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲੇਗੀ। ਤੇ ਗੌਤਮ ਬੁੱਧ ਨੇ ਉਹਨੂੰ ਕਹਿੰਦਾ ਹੈ ਕਿ ਉਹਦੇ ਵਾਸਤੇ ਇੰਜ ਕਰੋ, ਇੱਕ ਘੜੇ ਦੋ ਘੜੇ ਲੈ ਕੇ ਆਓ, ਇੱਕ ਵਿੱਚ ਘਿਓ ਪਾਓ ਤੇ ਇੱਕ ਵਿੱਚ ਪਾਓ ਪੱਥਰ। ਰਾਜਾ ਵੀ ਹੈਰਾਨ ਹੁੰਦਾ ਹੈ ਕਿ ਕਿਹੋ ਜਿਹੀ ਹੈ ਪੂਜਾ ਕਰਨ ਲੱਗੇ ਨੇ। ਤੇ ਕਹਿੰਦੇ ਨੇ ਜਦੋਂ ਲੈ ਕੇ ਆਂਦਾ ਤੇ ਰਾਜਾ ਨੂੰ ਕਹਿੰਦਾ ਹੁਣ ਆਪਣੇ ਹੱਥਾਂ ਨਾਲ ਦਰਿਆ ਦੇ ਵਿੱਚ ਰੱਖ ਦੇ, ਉੱਥੇ ਇੱਕ ਤਲਾਬ ਹੁੰਦਾ ਉਹਦੇ ਚ ਰੱਖ ਦਿੰਦਾ। ਰਾਜਾ ਹੁਣੇ ਵੀ ਹੈਰਾਨ ਹੁੰਦਾ ਕਿ ਇਹ ਕਰਨਾ ਕੀ ਚਾਹੁੰਦੇ ਨੇ। ਤੇ ਫਿਰ ਗੌਤਮ ਬੁੱਧ ਕਹਿੰਦੇ ਨੇ ਇਹਨੂੰ ਤੋੜ ਦੇ ਦੋਨੋਂ ਮਟਕੀਆਂ ਨੂੰ। ਉਹਨੇ ਤੋੜਤੀ ਦੋਨੋਂ ਮਟਕੀਆਂ ਤੇ ਜਿਵੇਂ ਜੋ ਸੁਭਾਅ ਹੈਗਾ ਦੋਨੋਂ ਚੀਜ਼ਾਂ ਦਾ, ਘਿਓ ਜੋ ਹੁੰਦਾ ਉੱਤੇ ਆ ਜਾਂਦਾ ਪਾਣੀ ਦੇ, ਤੇ ਜੋ ਵੱਟੇ ਹੁੰਦੇ ਨੇ ਜੋ ਪੱਥਰ ਹੁੰਦੇ ਨੇ ਅੰਦਰ ਚਲੇ ਆਉਂਦੇ ਨੇ। ਤੇ ਹੁਣ ਉਹ ਫਿਰ ਰਾਜੇ ਨੂੰ ਸਮਝਾਉਂਦਾ ਗੌਤਮ ਬੁੱਧ ਕੀ ਗੱਲ ਦੱਸ, ਹੁਣ ਇਹ ਜੋ ਘਿਓ ਉੱਤੇ ਆ ਗਿਆ, ਜੋ ਪੱਥਰ ਨੀਚੇ ਚਲੇ ਗਏ ਨੇ, ਮੇਰੇ ਯੱਗ ਕਰਨ ਨਾਲ ਜਾਂ ਮੇਰੀ ਪੂਜਾ ਕਰਨ ਨਾਲ ਉਹ ਉੱਤੇ ਆ ਸਕਦੇ ਨੇ, ਜਾਂ ਮੇਰੇ ਯੱਗ ਕਰਨ ਨਾਲ ਜਾਂ ਪੂਜਾ ਕਰਨ ਨਾਲ ਘਿਓ ਨੀਚੇ ਜਾ ਸਕਦਾ? ਕਹਿੰਦਾ ਨਹੀਂ, ਇਹ ਤੇ ਘਿਓ ਦੀ ਬਿਰਥੀ ਹੈ ਕਿ ਉੱਤੇ ਆਏਗਾ ਤੇ ਪੱਥਰ ਕਿਉਂਕਿ ਭਾਰੀ ਨੇ ਤੇ ਨੀਚੇ ਜਾਣਗੇ ਜਾਣਗੇ। ਤੇ ਕਹਿੰਦੇ ਜੋ ਹੁਣ ਚਲਾ ਗਿਆ ਉਹਦੇ ਮੇਰੇ ਪਾਠ ਪੂਜਾ ਕਰਨ ਨਾਲ ਜੇ ਉਹ ਨੀਚੇ ਡੁੱਬ ਗਿਆ ਤੇ ਉਹ ਡੁੱਬਿਆ ਹੀ ਰਹੇਗਾ, ਉਹਨੂੰ ਉਤਾਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਹੀ ਹੋ ਸਕਦਾ। ਜੇ ਜੋ ਤਰ ਰਿਹਾ ਉਹ ਤਰਿਆ ਹੀ ਰਹੇਗਾ, ਕਿਉਂਕਿ ਇਹ ਆਪਣੇ ਕਰਮ ਹੈਗੇ ਨੇ ਜੋ ਅਸੀਂ ਨਾਲ ਲੈ ਕੇ ਜਾਣੇ। ਮਹਾਰਾਜ ਕਹਿੰਦੇ ਉਹਨੇ ਜੋ ਕਰਮ ਆਪਣੇ ਕੀਤੇ ਤੇਰੇ ਪਿਓ ਨੇ ਆਪਣੇ ਜੀਵਨ ਕਾਲ ਵਿੱਚ, ਉਹ ਉਹਨਾਂ ਦੇ ਕਰਕੇ ਹੀ ਡੁੱਬੇਗਾ ਜਾਂ ਉਹਨਾਂ ਦੇ ਕਰਕੇ ਹੀ ਉਭਰੇਗਾ। ਉਹਦੇ ਜਾਣ ਤੋਂ ਬਾਅਦ ਅੱਜ ਤੂੰ ਕੋਈ ਵੀ ਪਾਠ ਪੂਜਾ ਕਰਾ ਲੈ ਤੇ ਉਹਦਾ ਕੋਈ ਨਹੀਂ ਹੋਣਾ, ਉਹਦੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਇਹ ਸਾਡੀ ਪੁਰਾਣੀ ਇੰਡੀਅਨ ਟ੍ਰੈਡੀਸ਼ਨਸ ਵੀ ਹੈਗੇ ਨੇ। ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਸਭ ਦੇ ਆਪਣੇ ਬਿਲੀਫ ਹੈਗੇ ਨੇ, ਸਭ ਨੇ ਆਪਣੇ ਹਿਸਾਬ ਨਾਲ ਕਰਨਾ। ਬਟ ਗੁਰੂ ਮਹਾਰਾਜ ਇੱਥੇ ਕਹਿ ਰਹੇ ਨੇ ਕਿ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਤੂੰ ਜੋ ਵੀ ਕਰਮ ਜੀਂਦੇ ਜੀ ਕਰ ਰਿਹਾ ਹੈ ਉਹਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਕਹਿ, ਉਹਦੇ ਵਿੱਚ ਵੀ ਉਹਦੀ ਉਸਤਤ ਕਹਿ, ਕਿਉਂਕਿ ਜਿਹਨੇ ਉਹਦਾ ਨਾਂ ਕਮਾਣਾ ਸ਼ੁਰੂ ਵੀ ਕਰ ਲਿਆ ਉਹਦੇ ਅੰਦਰੋਂ ਆਪਣੇ ਆਪ ਹੀ ਆ ਜਾਂਦਾ ਕਿ ਇਹ ਤੇ ਤੂੰ ਹੀ ਕਰਾਇਆ। ਕਹਿੰਦੇ ਨੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਮਹਾਰਾਜ ਇਹ ਸਭ ਤੂੰ ਹੀ ਕਰਾ ਰਿਹਾ। ਜੇ ਤੇ ਉਹਦੇ ਅੰਦਰ ਮੈਂ ਆ ਗਈ ਤੇ ਉਹਨੇ ਨਾਮ ਨਹੀਂ ਕਮਾਇਆ, ਕਿਉਂਕਿ ਜੇ ਨਾਮ ਜਰਾ ਜਾ ਵੀ ਆ ਗਿਆ, ਕਹਿੰਦੇ 0.00001% ਵੀ ਨਾਮ ਦਾ ਅਗਰ ਤੇਰੇ ਅੰਦਰ ਆ ਗਿਆ, ਉਚਾਰਨ ਹੋ ਗਿਆ, ਤੇ ਤੇਰੇ ਅੰਦਰੋਂ ਮੈਂ ਖਤਮ ਹੋ ਜਾਏਗੀ, ਸਭ ਕੁਝ ਕਰਨ ਵਾਲਾ ਤੂੰ ਹੀ ਆ ਜਾਏਗਾ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਸਾਡੇ ਕਰਮ ਹੀ ਸੱਚੇ ਨਿਸ਼ਾਨ ਹੈ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਉਹਨਾਂ ਦੇ ਹੀ ਮੁਖ ਉਜਲੇ ਹੋਣੇ ਨੇ ਜਿਨ੍ਹਾਂ ਨਾਮ ਤੇ ਆਇਆ ਗਏ ਮਸਕਤ ਕਾਲ, ਜਿਨ੍ਹਾਂ ਨੇ ਸੱਚਾ ਨਾਮ ਤੇ ਆਇਆ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ, ਕਿਉਂਕਿ ਉਹਦਾ ਕੋਈ ਰਹਿਣ ਦਾ ਕੋਈ ਡੈਫੀਨੇਟ ਰਸਤਾ ਨਹੀਂ ਹੈਗਾ। ਇੱਕ ਰਸਤਾ ਹੈ ਕਿ ਆਪਣੀ ਹਉਮੈ ਮਾਰਨੀ ਪੈਣੀ ਹੈ। ਹਉਮੈ ਮਾਰ ਕੇ ਕਿਆ ਕਿ ਤੂੰ ਕਰਾ ਰਹੇ, ਫਿਰ ਜੋ ਵੀ ਉਹ ਕਰਾਏਗਾ ਉਹਦੀ ਰਜਾ ਹੀ ਹੋਏਗਾ ਤੇ ਉਹ ਚੰਗੇ ਕਰਮ ਹੀ ਕਰਾਏਗਾ, ਕਿਉਂਕਿ ਫਿਰ ਚੰਗੇ ਮੰਦੇ ਦਾ ਕੋਈ ਭੇਦ ਨਹੀਂ ਰਹਿ ਜਾਂਦਾ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ, ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ। ਜਿਹਨੇ ਪੈਦਾ ਕੀਤਾ, ਜਿਹਨੇ ਸਭ ਕੁਝ ਬਣਾਇਆ, ਤੇਰੇ ਆਣ ਜਾਣ ਦਾ ਵੀ ਡੇਟ ਕੀਤਾ। ਮਾਰੇ ਕਹਿੰਦੇ ਫਿਰ ਉਹਨੂੰ ਉਹਦੇ ਉੱਤੇ ਛੱਡ ਦੇ, ਪ੍ਰਭ ਡੋਰੀ ਹੱਥ ਤੁਮਾਰੇ। ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ। ਤੇ ਕਰਮ ਕਰ ਉਹਦੀ ਰਜਾ ਰਹਿ ਕੇ, ਉਹਦੇ ਹੁਕਮ ਵਿੱਚ ਰਹਿ ਕੇ ਕਰਮ ਕਰ, ਉਹਦੇ ਹੁਕਮ ਦੇ ਅਨੁਸਾਰ ਆਪਣੇ ਕਰਮ ਕਰ। ਮਹਾਰਾਜ ਆਪ ਬਖਸ਼ਿਸ਼ ਕਰਨ, ਦੀਨ ਦਿਆਲ ਸੱਚੇ ਪਾਤਸ਼ਾਹ ਆਪ ਮੇਰ ਕਰਨ। ਪੌੜੀ ਕਹਿ ਰਹੇ ਨੇ ਸੱਚਾ ਸਾਹਿਬ ਏਕ ਤੂੰ, ਜਿਨੀ ਸੱਚੋ ਸੱਚ ਵਰਤਾਇਆ।
ਸੱਚਾ ਸਾਹਿਬ ਏਕ ਤੂੰ ਹੀ ਸਭ ਤੋਂ ਸੱਚਾ ਹੈਗਾ, ਜਿਨੀ ਸੱਚੋ ਸੱਚ ਵਰਤਾਇਆ, ਤੂੰ ਹੀ ਸੱਚ ਵਰਤਾ ਰਿਹਾ, ਤੂੰ ਹੀ ਸੱਚ ਫੈਲਾ ਰਿਹਾ, ਆਪਣੇ ਆਪ ਨੂੰ ਤੂੰ ਹੀ ਸੱਚ ਹੈ ਤੇ ਆਪਣਾ ਨਾਮ ਸੱਚਾ ਨਾਮ ਵੀ ਤੂੰ ਆਪ ਹੀ ਫੈਲਾ ਰਿਹਾ। ਸੱਚਾ ਸਾਹਿਬ ਏਕ ਤੂੰ ਜਿਨੀ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ, ਤਾਂ ਤਿੰਨੀ ਸੱਚ ਕਮਾਇਆ। ਜਿਸ ਤੂੰ ਦੇ, ਜਿਹਨੂੰ ਤੂੰ ਦੇਂਗਾ ਉਹਨੂੰ ਸੱਚ ਮਿਲੇਗਾ ਤੇ ਅੱਗੇ ਉਹੀ ਸੱਚ ਕਮਾਏਗਾ। ਬੜੀ ਬਖਸ਼ਿਸ਼ ਮਹਾਰਾਜ ਦੀ, ਕਿੰਨੇ ਸੋਹਣੇ ਤਰੀਕੇ ਨਾਲ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਕਰਦੇ ਹੋਏ, ਉਹਦੀ ਉਸਤਤ ਕਰਦੇ ਹੋਏ ਕਹਿ ਰਹੇ ਨੇ ਕਿ ਜਿਸ ਤੂੰ ਦੇ ਤਿਸ ਮਿਲੇ ਸੱਚ, ਤੂੰ ਦੇਂਗਾ, ਤੂੰ ਕਿਰਪਾ ਕਰੇਗਾ ਤਾਂ ਉਹਨੂੰ ਇਹ ਸੱਚ ਦੀ ਪ੍ਰਾਪਤੀ ਹੋਏਗਾ, ਉਹਨੂੰ ਸੱਚ ਦੀ ਪ੍ਰਾਪਤੀ ਹੋਏਗੀ ਤੇ ਅੱਗੇ ਜਾ ਕੇ ਉਹ ਹੋਰ ਸੱਚ ਕਮਾਏਗਾ, ਉਹ ਹੋਰ ਤੇਰੇ ਨਾਮ ਨੂੰ ਜਪੇਗਾ, ਹੋਰ ਤੇਰੀ ਸਿਮਰਨ ਕਰੇਗਾ, ਹੋਰ ਤੇਰਾ ਸਮਰਨ ਕਰੇਗਾ, ਹੋਰ ਤੇਰੀ ਸੇਵਾ ਕਰੇਗਾ, ਤੇਰੀ ਸਾਥ ਸੰਗਤ ਦੀ ਸੇਵਾ ਕਰੇਗਾ, ਇਸ ਇਨਸਾਨੀਅਤ ਦੀ ਸੇਵਾ ਕਰੇਗਾ, ਜੋ ਚੰਗੇ ਕਰਮ ਹੈਗੇ ਨੇ ਉਹ ਕਰੇਗਾ। ਜਿਸ ਤੂੰ ਦੇ ਤਿਸ ਮਿਲੇ ਸੱਚ, ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਸਤਿਗੁਰ ਸੱਚੇ ਗੁਰਾਂ, ਜਿਨ੍ਹਾਂ ਨੂੰ ਸੱਚੇ ਗੁਰੂ ਮਿਲਦੇ ਨੇ। ਸੱਚੇ ਗੁਰੂ ਕੌਣ ਨੇ? ਜਿਨ੍ਹਾਂ ਦੇ ਮਨ ਅੰਦਰ ਆਲਰੇਡੀ ਸੱਚ ਵਸਿਆ ਹੋਇਆ ਹੈ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੇ ਸੱਚ ਵਸਾਇਆ। ਉਹਨਾਂ ਨੂੰ ਮਿਲਣ ਨਾਲ ਤੁਹਾਨੂੰ ਵੀ ਸੱਚ ਦੀ ਪ੍ਰਾਪਤੀ ਹੋਏਗੀ। ਸਾਨੂੰ ਸਤਿਗੁਰੂ, ਸਾਡੇ ਸਾਰੇ ਗੁਰੂ, ਸਾਰੇ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਹੈਗੀ ਹੈ, ਸਾਡੇ ਲਈ ਸਾਰੇ ਸਤਿਗੁਰੂ ਰੂਪ ਹੈਗੇ ਨੇ, ਕਿਉਂਕਿ ਉਹਨਾਂ ਦੀ ਬਾਣੀ ਦੇ ਥਰੂ ਹੀ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਅਪਾਰ ਅਨੂਪ ਹੈਗਾ, ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ। ਨਿਰੰਕਾਰ, ਉਹਦਾ ਕੋਈ ਆਕਾਰ ਨਹੀਂ ਹੈਗਾ। ਮਹਾਰਾਜ ਉਹਦੀ ਪ੍ਰਥਾ ਦੱਸ ਰਹੇ ਨੇ ਕਿ ਉਹਦੇ ਵੱਲ ਜਾਣ ਦਾ ਰਸਤਾ ਹੈਗਾ। ਉਹ ਸਾਡੇ ਸਾਰੇ ਭਗਤਾਂ ਨੇ, ਭੱਟਿਆਂ ਨੇ, ਸਾਡੇ ਆਪ ਗੁਰੂ ਸਾਹਿਬਾਨ ਨੇ ਆਪਣੀ ਬਾਣੀ ਦੇ ਥਰੂ ਸਾਨੂੰ ਰਸਤਾ ਦੱਸ ਰਹੇ ਨੇ। ਸਤਿਗੁਰ ਮਿਲਿਆ ਸੱਚ ਪਾਇਆ, ਤੇ ਸਾਨੂੰ ਸਤਿਗੁਰੂ ਮਹਾਰਾਜ ਕਹਿ ਕੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਜੀਂਦੇ ਜਾਂਦੇ ਗੁਰੂ ਹੈਗੇ ਨੇ, ਜਿਨ੍ਹਾਂ ਦੇ ਅੰਦਰ ਜੋ ਬਾਣੀ ਵਰਜਿਤ ਹੈਗੀ ਉਹਨੂੰ ਪੜ੍ਹ ਕੇ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਸਤਿਗੁਰ ਮਿਲਿਆ ਸੱਚ ਪਾਇਆ, ਜਿਨਕੇ ਹਿਰਦੇ ਸੱਚ ਵਸਾਇਆ। ਫਿਰ ਮਹਾਰਾਜ ਸਾਡੇ ਉੱਤੇ ਰੈਫਰ ਕਰ ਰਹੇ ਨੇ, ਜੋ ਸਾਡਾ ਜੀਵਨ ਹੈਗਾ। ਮੂਰਖ ਸੱਚ ਨਾ ਜਾਣਨੀ। ਮੂਰਖ ਆਦਮੀ ਕੌਣ ਹੈਗਾ? ਜਿਹਨੂੰ ਪਤਾ ਹੁੰਦੇ ਹੋਏ ਵੀ ਇੱਕ ਗਲਤੀ ਕਰਕੇ ਦੂਜੀ ਗਲਤੀ ਜਾਣਦੇ ਹੋਏ ਵੀ ਕਰੇ, ਉਹਨੂੰ ਕਹਿੰਦੇ ਮੂਰਖ ਹੈਗਾ। ਮੂਰਖ ਸੱਚ ਨਾ ਜਾਣਨੀ। ਅਸੀਂ ਰੋਜ਼ ਉਹੀ ਗਲਤੀਆਂ ਕਰ ਰਹੇ ਹਾਂ, ਜਾਣਦੇ ਹੋਏ ਵੀ ਕਿ ਦੀਨ ਦੁਨੀਆ ਦੇ ਮਾਲਕ ਸੱਚੇ ਪਿਤਾ ਵਾਹਿਗੁਰੂ, ਉਹਨਾਂ ਦੀ ਬਖਸ਼ਿਸ਼ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਸਾਡੇ ਸਾਹਮਣੇ ਹੋਇਆ ਹੈ। ਬਾਣੀ ਦੇ ਅੰਦਰ ਵਰਜਿਤ ਹੈਗੇ ਕਿ ਕੀ ਕਰਮ ਕਿਵੇਂ ਕਰਨੇ ਨੇ, ਅਸੀਂ ਫਿਰ ਵੀ ਉਲਟ ਕਰੀ ਜਾ ਰਹੇ ਹਾਂ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਕਹਿੰਦੇ ਨੇ ਮਨਮੁੱਖਾਂ ਦੇ ਅੱਗੇ ਸਦਾ ਫੁੱਲ ਵਿਰਸੇ ਹੋਏ ਨੇ, ਮਨਮੁੱਖਾਂ ਦੇ ਅੱਗੇ ਸਦਾ ਕੰਡੇ ਹੈਗੇ ਨੇ, ਗੁਰਮੁਖਾਂ ਦੇ ਅੱਗੇ ਸਦਾ ਫੁੱਲ ਵਰਸੇ ਹੋਏ ਨੇ। ਗੁਰਮੁਖ ਆਦਮੀ ਸਿੱਧਾ ਚਲੇ ਜਾ ਰਿਹਾ, ਕਿਸੇ ਦੀ ਪਰਵਾਹ ਨਹੀਂ ਕੀਤੇ। ਮਨਮੁਖ ਸਭ ਦੀ ਪਰਵਾਹ ਕਰ ਰਿਹਾ ਕਿ ਕੌਣ ਕੀ ਕਹੇਗਾ, ਕਿਵੇਂ ਕਹੇਗਾ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਆਪਣੀ ਮਨਮੁਖ ਦੇ ਅੰਦਰ, ਆਪਣੀ ਮੈਂ ਦੇ ਅੰਦਰ ਉਹਨੇ ਜਨਮ ਗਵਾਤਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜੋ ਬਾਰੀ ਆਈ ਸੀ ਤੇਰੀ ਗੋਬਿੰਦ ਨੂੰ ਮਿਲਣ ਦੀ, ਜੋ ਮਾਨੁਖ ਦੇ ਹੁਰੀਆ ਮਿਲੀ ਸੀ, ਉਹ ਗਵਾ ਰਿਹਾ। ਮੂਰਖ ਸੱਚ ਨਾ ਜਾਣਨੀ। ਹੁਣ ਇਸ ਲਾਈਨ ਦੇ ਉੱਤੇ ਮਹਾਰਾਜ ਅਸੀਂ ਆਪਣੀ ਪੂਰੀ ਲਾਈਫ ਨੂੰ ਪਿੱਛੇ ਦੇਖ ਸਕਦੇ ਹਾਂ ਕਿ ਅਸੀਂ ਕਿੰਨੇ ਵੱਡੇ ਮੂਰਖ ਰਹੇ ਹਾਂ। ਕਿਸੇ ਦਾ ਤੇ ਕਿਸੇ ਨੂੰ ਕਹਿਣ ਵਾਲੇ ਅਸੀਂ ਕੌਣ ਹੁੰਦੇ ਹਾਂ? ਮਹਾਰਾਜ ਕਿਰਪਾ ਕਰਨ। ਮੈਂ ਤੇ ਬਹੁਤ ਵੱਡੇ ਮੂਰਖ ਰਹੇ। ਅਸੀਂ ਆਪਣੇ ਅੰਦਰ ਦੇਖੀਏ ਤੇ ਆਪਣੇ ਆਪ ਨੂੰ ਅਸੀਂ ਦੇਖ ਸਕਦੇ ਹਾਂ, ਸੈਲਫ ਪੋਰਟਰੇਟ ਅਸੀਂ ਕਰ ਸਕਦੇ ਹਾਂ ਕਿ ਕਿਵੇਂ ਅਸੀਂ ਕੀ ਕਰਮ ਕੀਤੇ ਨੇ। ਸੈਲਫ ਇੰਟਰੋਸਪੈਕਸ਼ਨ ਅਸੀਂ ਕਰ ਸਕਦੇ ਹਾਂ ਆਪਣੇ ਪਿਛਲੇ ਜੀਵਨ ਦੀ, ਜੋ ਅਸੀਂ ਜਿੰਨਾ ਬਤੀਤ ਕੀਤਾ ਹੋਇਆ। ਮੂਰਖ ਸੱਚ ਨਾ ਜਾਣਨੀ, ਜੋ ਸੱਚ ਨੂੰ ਨਹੀਂ ਜਾਣ ਪਾਇਆ, ਸਭ ਕੁਝ ਹੁੰਦੇ ਸੁਣਦੇ ਵੀ ਇਹ ਸੱਚ ਨੂੰ ਨਹੀਂ ਜਾਣ ਪਾਇਆ, ਉਹ ਮੂਰਖ ਹੈਗਾ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ। ਫਿਰ ਮਹਾਰਾਜ ਕਹਿ ਰਹੇ ਨੇ ਕਿ ਜਦ ਇਹ ਮਨੁੱਖੀ ਜੀਵਨ ਮਿਲਿਆ ਸੀ ਕਿ ਤੂੰ ਕਮਾਈ ਕਰ ਸਕਦਾ ਸੀ, ਉਹ ਕਿਉਂ ਬਣ ਸਕਦਾ ਸੀ ਜੋ ਟੁੱਟਣ ਤੋਂ ਬਾਅਦ ਵੀ ਉੱਤੇ ਤੈਰਦਾ ਰਹਿੰਦਾ।
ਉਹ ਕਰਮ ਕਰ ਸਕਦਾ ਸੀ ਜਿਹਦੇ ਕਰਕੇ ਤੈਨੂੰ ਅੱਗੇ ਜਾ ਕੇ ਵੀ ਤੈਨੂੰ ਪਛਾਣ ਮਿਲਦੀ, ਤੈਨੂੰ ਸੱਚਖੰਡ ਦੀ ਪ੍ਰਾਪਤੀ ਹੁੰਦੀ। ਤੂੰ ਉਹ ਕਰ ਸਕਦਾ ਸੀ ਜਿਹਦੇ ਕਰਕੇ ਤੈਨੂੰ ਜਨਮ ਮਿਲਿਆ, ਜੋ ਤੇਰਾ ਟਾਰਗੇਟ ਸੀ। ਬਟ ਜੇ ਤੂੰ ਨਹੀਂ ਕੀਤਾ, ਫਿਰ ਮਾਰ ਕਹਿੰਦੇ ਨੇ ਵਿੱਚ ਦੁਨੀਆ ਕਾ ਹੈ, ਤੂੰ ਫਿਰ ਕਿਉਂ ਹੀ ਆਇਆ? ਦੁਨੀਆ ਦੇ ਆਇਆ ਤੇ ਦੁਨੀਆ ਦਾ ਹੀ ਹੋ ਕੇ ਚਲਾ ਗਿਆ। ਮਾਰਾ ਕਹਿੰਦੇ ਤੈਨੂੰ ਦੁਨੀਆ ਤੇ ਭੇਜਿਆ ਸੀ ਕਿ ਤੂੰ ਉਹਦਾ ਬਣ ਸਕੇ। ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ। ਤੂੰ ਮੈਨੂੰ ਸਭ ਕੁਝ ਦਿੱਤਾ ਹੈ, ਮੈਂ ਤੇਰਾ ਬੰਦਾ ਬਣਨਾ ਸੀ, ਮੈਂ ਨਹੀਂ ਬਣ ਪਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ। ਕਬੀਰ ਜੀ ਦਾ ਸ਼ਬਦ ਹੈਗਾ, ਵਿਆਖਿਆ ਕਦੇ ਬਾਅਦ ਵਿੱਚ ਮਾਰਾ ਕਿਰਪਾ ਕਰਨ ਤੇ ਕਰਨਗੇ, ਬਟ ਤੁਸੀਂ ਆਪ ਜ਼ਰੂਰ ਪੜ੍ਹਨਾ। ਮੇਰੀ ਮਤ ਬੋਰੀ ਮੈਂ ਰਾਮ ਵਿਸਾਰਿਓ, ਇਨ ਬਿਰਦ ਕਹਿਨ ਕਹੋ ਰੇ, ਸੇਜੇ ਰਮਤ ਨੈਣ ਨਹੀਂ ਪੇਖੋ, ਐ ਦੁੱਖ ਕਹੋ ਕਹੋ ਰੇ। सास की दुखी ससुर की प्यारी, जेठ के नाम डराओ रे, सखी सहेली ननद गहेली, देवर के बिरह जाओ रे। बाप साप का करे लड़ाई, माया मद मतवारी, बड़े भाई के जब संग होती तो हो ना प्यारी। कहत कबीर पंच को झगड़ा, झगड़त जन्म गवाया, झूठी माया सब जग बांधिया, मैं राम रमत सुख पाया, झूठी माया सब जग बांधिया, झूठी माया सब जग बांधिया, मैं राम रमत सुख पाया, मैं राम रमत सुख पाया। मेरी मत बौरी मैं राम विसारियो, मेरी मत बौरी मैं राम विसारियो। मारा किरपा करन दीन दयाल सच्चे पातशाह, साडा ਇਹ ਮੂਰਖਾਂ ਵਾਲਾ ਜੋ ਜੀਵਨ ਹੈ ਕਿ ਉਹਨੂੰ ਸਹੀ ਪਾਸੇ ਲਾਣ, ਆਪ ਬਖਸ਼ਿਸ਼ ਕਰਨ, ਆਪ ਆਪਣਾ ਨਾਮ ਬਾਣੀ ਦਾ ਆਸਰਾ ਦੇਣ, ਨਾਮ ਬਾਣੀ ਦਾ ਆਸ਼ੀਰਵਾਦ ਦੇਣ, ਨਾਮ ਬਾਣੀ ਦੀ ਦ੍ਰਿਸ਼ਟੀ ਦੇਣ, ਨਾਮ ਬਾਣੀ ਦਾ ਆਸਰਾ ਦੇਣ ਕਿ ਅਸੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਸਕੀਏ, ਉਸ ਸੱਚ ਨੂੰ ਜਾਣ ਸਕੀਏ ਜਿਹਦੇ ਵਾਸਤੇ ਜਨਮ ਮਿਲਿਆ। ਇਹ ਜਨਮ ਬਿਰਥਾ ਨਾ ਗਵਾਈਏ। ਆਪ ਮਾਰਾ ਕਿਰਪਾ ਕਰਨ ਦੀਨ ਦਇਆਲ ਸੱਚੇ ਪਾਤਸ਼ਾਹ। ਇੱਕ ਵਾਰ ਪੌੜੀ ਫਿਰ ਪੜ੍ਹ ਕੇ ਫਿਰ ਸਮਾਪਤੀ। ਪੌੜੀ ਸੱਚਾ ਸਾਹਿਬ ਏਕ ਤੂੰ, ਜਿਨੀ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇ ਤਿਸ ਮਿਲੇ ਸੱਚ, ਤਾ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੇ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ 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 ਸ਼ੁਕਰਾਨਾ ਦੀਨ ਦਇਆਲ ਸੱਚੇ ਪਾਤਸ਼ਾਹ ਦਾ, ਕੋਟ ਕੋਟ ਸ਼ੁਕਰਾਨਾ। ਹੱਥ ਜੋੜ ਕੇ ਮਾਫੀ ਸਾਰੀ ਸਾਧ ਸੰਗਤ ਤੋਂ, ਜੇ ਇਹੋ ਜਿਹੀ ਕੋਈ ਗੱਲ ਨਿਕਲੀ ਹੋਏ ਹੱਥ ਜੋੜ ਕੇ ਮਾਫੀ। ਚਰਨਾਂ ਚ ਡੰਡੋਤ ਹੋ ਕੇ ਮਾਫੀ। ਉਸ ਅਕਾਲ ਪੁਰਖ ਵਾਹਿਗੁਰੂ ਅੱਗੇ ਭੁੱਲ ਚੁੱਕ ਦੀ ਮਾਫੀ, ਸਾਧ ਸੰਗਤ ਦੇ ਅੱਗੇ ਡੰਡੋਤ ਹੋ ਕੇ ਭੁੱਲ ਚੁੱਕ ਦੀ ਮਾਫੀ। ਅੱਗੇ ਮਹਾਰਾਜ ਆਪ ਕਿਰਪਾ ਕਰਨ ਦੀਨ ਦਇਆਲ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।